ਅਸੀਂ ਐਸੇ ਹਾਲ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਉਹਦੇ ਵਿੱਚ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਔਰ ਦਿੱਲੀ ਦੇ ਲੋਕ ਆਪਸ ਵਿੱਚ ਮਿਲ ਕੇ ਅਸੀਂ ਐਸੇ ਹਾਲ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਉਹਦੇ ਵਿੱਚ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਔਰ ਦਿੱਲੀ ਦੇ ਲੋਕ ਆਪਸ ਵਿੱਚ ਮਿਲ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਗੱਲ ਕਰ ਰਹੇ ਹੈ ਔਰ ਇਹ ਰਲੇਵਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਆਪਸ ਵਿੱਚ ਹੋਣ ਜਾ ਰਿਹਾ ਹੈ। ਉਹਦੇ ਪਿੱਛੇ ਕੀ ਮਨਸੂਬੇ ਨੇ, ਕੀ ਉਹਨਾਂ ਦੀਆਂ ਡੀਲਾਂ ਨੇ, ਇਹ ਸਾਰੀਆਂ ਜਨਤਕ ਕੀਤੀਆਂ ਸੀ ਔਰ ਅੱਜ ਉਹ ਗੱਲ ਬਿਲਕੁਲ ਸਪਸ਼ਟ ਹੋਈ ਸੰਗਤਾਂ ਦੇ ਸਾਹਮਣੇ ਕਿ ਕੱਲ ਕਿਸ ਤਰੀਕੇ ਦੇ ਨਾਲ ਪੰਥਕ ਇਕੱਠ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਪੰਥਕ ਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜਾ ਸਪਸ਼ਟ ਸਾਰੀ ਦੁਨੀਆ ਨੇ ਦੇਖਿਆ ਕਿ ਦੋ ਪਰਿਵਾਰਾਂ ਦਾ ਆਪਸ ਵਿੱਚ ਮਿਲਣ ਹੋਇਆ। ਦੋ ਪਰਿਵਾਰ, ਭਾਵੇਂ ਉਹ ਸਰਨਾ ਸਾਹਿਬ ਦਾ ਹੋਵੇ ਤੇ ਭਾਵੇਂ ਉਹ ਬਾਦਲ ਸਾਹਿਬ ਦਾ ਹੋਵੇ, ਇਸ ਪਰਿਵਾਰਾਂ ਦੇ ਮੇਲ ਨੂੰ ਇੱਕ ਪੰਥਕ ਕਨਵੈਨਸ਼ਨ ਦੇਣ ਦਾ ਰੂਪ ਦਿੱਤਾ ਗਿਆ। ਪੰਥਕ ਇਕੱਤਰਤਾ ਦੇ ਨਾਮ ਦੇ ਉੱਤੇ ਇਹ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਪੰਥਕ ਮੇਲ ਅਕਾਲੀ ਦਲ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਹੈ, ਇਹ ਮੇਲੇ ਉਹ ਧਰਤੀਆਂ ਦੇ ਉੱਤੇ ਲਾਉਂਦੇ ਸੀ ਜਿੱਥੇ ਵੱਡੇ ਵੱਡੇ ਜੋੜ ਮੇਲੇ ਲੱਗਦੇ ਆ। ਜੇ ਅਸੀਂ ਬਾਬਾ ਬਕਾਲੇ ਦੀ ਗੱਲ ਕਰੀਏ, ਮੋਗੇ ਦੇ ਮੈਦਾਨਾਂ ਦੇ ਵਿੱਚ ਗੱਲ ਕਰੀਏ, ਇਹ ਇੱਥੇ ਲੱਗਦੇ ਹੁੰਦੇ ਸੀ ਇਹ ਮੇਲੇ। ਮਗਰ ਅੱਜ ਇੱਕ ਪਰਿਵਾਰ ਦੀ ਕੋਠੀ ਦੇ ਵਿੱਚ ਚੰਦ ਬੰਦੇ ਇਕੱਠੇ ਕਰਕੇ ਉਹਨੂੰ ਪੰਥਕ ਕਨਵੈਨਸ਼ਨ, ਪੰਥਕ ਮੇਲ ਦਾ ਜਿਹੜਾ ਕੰਮ ਕੀਤਾ, ਮੈਂ ਸਮਝਦਾ ਕਿ ਅੱਜ ਅਕਾਲੀ ਦਲ ਦੇ ਵਾਸਤੇ ਬੜੀ ਵੱਡੀ ਨਮੋਸ਼ੀ ਦੀ ਗੱਲ ਹੈ ਜਿਹੜੀ ਉਹਨਾਂ ਨੇ ਕੱਲ ਕੀਤੀ ਹੈ। ਔਰ ਜਿਸ ਤਰੀਕੇ ਦੇ ਨਾਲ ਸਾਡੀ ਗੱਲ ਉਠਾਉਣ ਤੋਂ ਬਾਅਦ ਬੜੇ ਤਰਲੋ ਮੱਛੀ ਹੋਈ ਸੀ ਸਰਨਾ ਸਾਹਿਬ, ਦੂਜੇ ਭਰਾ ਨੇ ਵੀ ਕਿਹਾ ਸੀ ਕਿ ਗੱਲੇ 'ਚ ਪੱਲਾ ਬਣ ਕੇ ਆ ਜਾਓ। ਅੱਜ ਤੁਹਾਡੇ ਸਾਹਮਣੇ ਹੈ ਕਿ ਉਹ ਪਰਿਵਾਰ ਜਿਹੜੇ ਆਪਸ ਵਿੱਚ ਇੱਕ ਦੂਜੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਜਿਹੜਾ ਉਹ ਸਰਨਾ ਸਾਹਿਬ ਦੇ ਫੈਕਟਰੀਆਂ ਜਿਹੜੀਆਂ ਪਰਿਵਾਰ ਦੀਆਂ ਜਿਨ੍ਹਾਂ ਦੇ ਵਿੱਚ ਸ਼ਰਾਬਬੰਦੀ ਹੈ, ਉਹਨਾਂ ਦੇ ਵਿੱਚ ਜਿੱਥੇ ਉਹਨਾਂ ਨੂੰ ਬੰਦ ਕਰਾਉਣ ਵਾਸਤੇ ਸਮੂਚਾ ਅਕਾਲੀ ਦਲ ਲੈ ਕੇ ਧਰਨੇ ਦਿੰਦੇ ਰਿਹਾ ਔਰ ਸਰਨਾ ਸਾਹਿਬ ਦਿੱਲੀ ਦੇ ਵਿੱਚ ਬੈਠੇ ਹੋਏ ਬਾਦਲ ਪਰਿਵਾਰ ਨੂੰ ਕਿਸ ਤਰੀਕੇ ਦੇ ਨਾਲ ਨਸ਼ੇ ਦਾ ਵਪਾਰੀ ਕਹਿੰਦੇ ਰਿਹਾ। ਅੱਜ ਤੁਹਾਡੇ ਸਾਹਮਣੇ ਕਿ ਦੋਨੋਂ ਇੱਕ ਦੂਜੇ ਦੇ ਪਰਦੇ ਢੱਕਣ ਵਸੇ ਇਸ ਗੱਲ ਦੇ ਉੱਤੇ ਇਕੱਠੇ ਹੋਇਆ ਕਿ ਨਾ ਤੂੰ ਸਾਡੇ ਬਾਰੇ ਗੱਲ ਕਰੀ ਔਰ ਨਾ ਅਸੀਂ ਤੇਰੇ ਬਾਰੇ ਗੱਲ ਕਰਾਂਗੇ। ਅੱਜ ਆਪਣੀ ਪਾਰਟੀ ਜਿਹੜੀ 24 ਸਾਲ ਪਹਿਲੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਉਹਨਾਂ ਨੇ ਸ਼ੁਰੂ ਕਰਵਾਈ ਸੀ ਦਿੱਲੀ ਦੇ ਵਿੱਚ, ਉਹਨੂੰ ਖਤਮ ਕਰ ਦੇਣਾ ਮੈਂ ਸਮਝਦਾ ਕਿ ਇਸ ਤੋਂ ਵੱਡੀ ਨਮੋਸ਼ੀ ਔਰ ਇਸ ਤੋਂ ਵੱਡੀ ਮੈਂ ਕਹਿ ਸਕਦਾ ਕਿ ਜਿਹੜੇ ਸੰਗਤ ਨਾਲ ਧਰੋ ਇਹ ਕੋਈ ਨਹੀਂ ਕਮਾ ਸਕਦਾ ਜੋ ਕੱਲ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਮਾਇਆ। ਔਰ ਆਪਣੇ ਤੇ ਨਾਲ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਬਾਰੇ ਉਹਨਾਂ ਨੇ ਗੱਲਾਂ ਉੱਥੇ ਕੀਤੀਆਂ, ਮੈਂ ਸਮਝਦਾ ਕਿ ਕਿੰਨੀ ਹਾਸੋਹੀਨ ਗੱਲ ਕੀਤੀ ਹੈ, ਕਿੰਨੇ ਕੁ ਆਪਣੇ ਆਪ ਨੂੰ ਅਹੰਕਾਰੀ ਕਰਨ ਵਾਲੀਆਂ ਗੱਲਾਂ ਕੀਤੀਆਂ ਜਿਹਦੇ ਨਾਲ ਸਮੂਚਾ ਪੰਥ ਅੱਜ ਇਹਨਾਂ ਕੋਲੋਂ ਸਵਾਲ ਪੁੱਛਦਾ ਹੈ। ਕਿਉਂਕਿ ਇੱਕ ਦੂਜੇ ਦੇ ਸੋਹਿਲੇ ਗਾਉਂਦੇ ਅਸਲੀਅਤਾਂ ਬਿਆਨ ਕਰਦੇ ਰਹਿ ਗਏ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਪਸ਼ਟ ਗੱਲ ਕੀਤੀ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਵਰਗੇ ਬੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵਾਸਤੇ ਪੰਜਾਬ 'ਚ ਵੀ ਆਏ ਔਰ ਤੁਹਾਡੇ ਸਾਹਮਣੇ ਕਿ 40 ਤੋਂ ਵੱਧ ਸੀਟਾਂ ਦੇ ਉੱਤੇ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਉੱਥੇ ਬੰਦੇ ਇਕੱਠੇ ਕੀਤੇ ਔਰ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਇਹ ਮੈਂ ਗੱਲ ਨਹੀਂ ਕਰ ਰਿਹਾ, ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਖੁਦ ਕਹਿ ਕੇ ਗਏ ਕਿ ਇਹ ਸਾਡੇ ਖਿਲਾਫ ਜਿਹੜੇ ਵੀ ਇਲੈਕਸ਼ਨਾਂ ਲੜੀਆਂ ਉਹਨਾਂ ਦਾ ਜ਼ਮਾਨਤਾਂ ਜ਼ਬਤ ਹੋਈਆਂ ਔਰ ਉਹਨਾਂ ਦਾ ਸਿੱਧਾ ਨਿਸ਼ਾਨਾ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਉੱਤੇ ਸੀ। ਦੂਜੇ ਪਾਸੇ ਸਰਦਾਰ ਪਰਮਜੀਤ ਸਿੰਘ ਸਰਨਾ ਆਪਣੇ ਬਿਆਨਾਂ ਦੇ ਵਿੱਚ ਕਹਿ ਰਹੇ ਨੇ ਕਿ ਇਹ ਅਕਾਲੀ ਦਲ ਜਿਹਨੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਮਗਰ ਉਸ ਕੁਰਬਾਨੀਆਂ ਨੂੰ ਲੁੱਟਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਉਹਨੂੰ ਵਰਤਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਸੋ ਮੈਂ ਸਮਝਦਾ ਜਿਹੜੀ ਆ ਦਿਲ ਦੀਆਂ ਅੰਦਰੋਂ ਗੱਲਾਂ ਇਹਨਾਂ ਦੇ ਵਿੱਚੋਂ ਨਿਕਲ ਰਹੀਆਂ ਸੀ, ਇਹ ਕੱਲ ਜੱਗ ਜ਼ਾਹਿਰ ਹੋਈ ਹੈ। ਪੰਥ ਦੇ ਨਾਮ ਦੇ ਉੱਤੇ ਨੇ ਇਕੱਤਰਤਾ ਜ਼ਰੂਰ ਕੀਤੀ ਹੈ ਮਗਰ ਦਿਲ ਦੇ ਵਲਵਲੇ ਜਿੱਥੇ ਉਹ ਕੱਢਦੇ ਰਹੇ ਨਾਲ ਹੀ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਇਸ ਗੱਲ ਦੇ ਉੱਤੇ ਭਰੋਸਾ ਦਿਵਾਇਆ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਹੁਣ ਦਿੱਲੀ ਦੀ ਕਮਾਨ ਸੰਭਾਲਣਗੇ। ਮੈਂ ਇਹ ਗੱਲ ਪੁੱਛਣਾ ਚਾਹੁੰਦਾ, ਬਾਦਲ ਸਾਹਿਬ ਜਵਾਬ ਦੇ ਦੇਣ, ਸਰਨਾ ਸਾਹਿਬ ਜਵਾਬ ਦੇ ਦੇਣ ਕਿ ਜਿਹੜੇ ਮੁੱਦਿਆਂ ਦੇ ਉੱਤੇ
ਕੌਮ ਨੂੰ ਤੁਸੀਂ ਲੜਾਉਂਦੇ ਰਹੇ ਹੋ। ਸਰਨਾ ਸਾਹਿਬ ਦਿੱਲੀ ਦੇ ਵਿੱਚ 2-2 ਗੁਰਪੁਰਬ 2-2 ਸੰਗਰਾਂਦਾ ਅਕਾਲ ਤਖਤ ਸਾਹਿਬ ਤੋਂ ਬਿਲਕੁਲ ਉਲਟ ਚੱਲ ਕੇ ਉਹਨਾਂ ਨੇ ਇਹ ਮਨਾਈ ਆ। ਅੱਜ ਸਰਨਾ ਸਾਹਿਬ ਇਸ ਗੱਲ ਦਾ ਜਵਾਬ ਸੰਗਤ ਨੂੰ ਦੇਣ ਕਿ ਅੱਜ ਉਹ ਪਾਲ ਸਿੰਘ ਪੁਰੇਵਾਲ ਵੱਲੋਂ ਬਣਾਏ ਗਿਆ ਉਸ ਕੈਲੰਡਰ ਦੇ ਨਾਲ ਚੱਲਣਗੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਜਾਂਦੇ ਉਸ ਕੈਲੰਡਰ ਦੇ ਉੱਤੇ ਚੱਲਣਗੇ। ਇਹ ਸੰਗਤ ਇਹਨਾਂ ਤੋਂ ਜਵਾਬ ਮੰਗ ਰਹੀ ਹੈ। ਜਿਹੜੀ ਹਰਿਆਣਾ ਕਮੇਟੀ ਨੂੰ ਤੁਸੀਂ ਅੱਡ ਕਰਨ ਦੀ ਗੱਲ ਕੀਤੀ ਸੀ, ਉਸ ਵਕਤ ਦੇ ਮੁੱਖ ਮੰਤਰੀ ਭੁਪਿੰਦਰ ਹੁੱਡਾ ਕੋਲੋਂ ਜਾ ਕੇ ਤੁਸੀਂ ਇਹ ਹਰਿਆਣਾ ਕਮੇਟੀ ਵੱਖ ਕਰਾਈ। ਅੱਜ ਤੁਸੀਂ ਹਰਿਆਣਾ ਕਮੇਟੀ ਦੇ ਵੱਖ ਹੋਣ ਦੇ ਸਟੈਂਡ ਦੇ ਉੱਤੇ ਤੁਹਾਡਾ ਕੀ ਸਟੈਂਡ ਹੈ? ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੱਸਣ ਕਿ ਅਸੀਂ ਜਿਹੜੀਆਂ ਸੁਪਰੀਮ ਕੋਰਟ ਦੇ ਖਿਲਾਫ ਰੈਲੀਆਂ ਕੱਢ ਕੇ ਅਕਾਲ ਤਖਤ ਸਾਹਿਬ ਤੇ ਜਾ ਰਹੇ ਹਾਂ, ਕਿਆ ਅੱਜ ਹਰਿਆਣਾ ਕਮੇਟੀ ਦੇ ਵਿੱਚ ਸਰਨਾ ਸਾਹਿਬ ਵਰਗੇ ਹਮਾਇਤੀਆਂ ਨੂੰ ਤੁਸੀਂ ਨਾਲ ਲੈ ਕੇ ਤੁਹਾਡਾ ਕੀ ਸਪਸ਼ਟੀਕਰਨ ਹੈ? ਇਹ ਵੀ ਸੰਗਤ ਜਾਣਨਾ ਚਾਹੁੰਦੀ ਹੈ, ਕਿਉਂਕਿ ਇਹੋ ਜਿਹੇ ਕਈ ਸਵਾਲਾਤ ਨੇ ਜਿਹੜੇ ਪਿਛਲੇ 24 ਸਾਲਾਂ ਦੇ ਵਿੱਚ ਤੁਸੀਂ ਕੌਮ ਦੇ ਲਈ ਖੜੇ ਕੀਤੇ ਇੱਕ ਦੂਜਿਆਂ ਨੇ। ਮੈਂ ਸੰਗਤਾਂ ਦੇ ਵੱਲੋਂ ਵੀ ਤੁਹਾਨੂੰ ਪੁੱਛਣਾ ਚਾਹੁੰਦਾ, ਕਿਉਂਕਿ ਤੁਸੀਂ ਬਹੁਤ ਇਲਜ਼ਾਮ ਇੱਕ ਦੂਜੇ ਤੇ ਲਾਉਣ ਦੀਆਂ ਗੱਲਾਂ ਕਰਦੇ ਹੋ। ਇੱਕ ਦੂਜੇ ਨੂੰ ਤੁਸੀਂ ਪਿਛਲੇ ਸਮੇਂ ਦੇ ਵਿੱਚ ਪੰਥ ਦਾ ਦੋਖੀ ਕਿਹਾ, ਔਰ ਸਰਨਾ ਸਾਹਿਬ ਨੇ ਕੱਲ ਬੜੇ ਹਾਸੋਹੀਣ ਗੱਲ ਕੀਤੀ ਹੈ ਕਿ ਜਿਹੜੀ ਕਲੀਅਰੈਂਸ ਦੇਣ ਦੀ ਗੱਲ ਕੀਤੀ ਹੈ ਬਾਦਲ ਪਰਿਵਾਰ ਨੂੰ 328 ਸਰੂਪਾਂ ਦੇ ਮਾਮਲੇ ਵਿੱਚ, ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਬਾਰੇ ਉਹਨਾਂ ਨੇ ਗੱਲ ਕੀਤੀ ਕਿ 328 ਸਰੂਪ ਮਹਾਰਾਜ ਦੇ ਉਹ ਇੱਕ ਕਲੈਰੀਕਲ ਮਿਸਟੇਕ ਸੀ ਔਰ ਇਹ ਸੰਗਤ ਨੂੰ ਦੱਸ ਦੇਣਾ ਚਾਹੀਦਾ ਹੈ। ਕਿਆ ਸਰਨਾ ਸਾਹਿਬ ਤੁਹਾਨੂੰ ਇਹ ਕਲੈਰੀਫਿਕੇਸ਼ਨ ਬੰਦ ਕਮਰੇ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਦਿੱਤੀ ਹੈ? ਕਿਉਂਕਿ ਚੰਦ ਮਹੀਨੇ ਪਹਿਲੇ ਜਦ ਤੁਸੀਂ ਦਿੱਲੀ ਦੀ ਸੜਕਾਂ ਦੇ ਉੱਤੇ ਇਲੈਕਸ਼ਨਾਂ ਲੜ ਰਹੇ ਸੀ, ਤੁਹਾਡਾ ਮੇਨ ਮੁੱਦਾ ਹੀ ਬਰਗਾੜੀ ਦਾ ਕਾਂਡ, ਬਰਗਾੜੀ ਦੇ ਵਿੱਚ ਹੋਈ ਬੇਦਬੀ ਔਰ 328 ਸਰੂਪਾਂ ਦੀ ਹੋਈ ਚੋਰੀ ਦੇ ਮਾਮਲੇ ਸੀ। ਕੱਲ ਤੁਸੀਂ ਬੜੇ ਹਾਸੋਹੀਣ ਤਰੀਕੇ ਨੇ ਕਹਿਤਾ ਕਿ ਇਹ ਕਲੈਰੀਕਲ ਮਿਸਟੇਕ ਸੀ। ਸੋ ਮੈਂ ਸਮਝਦਾ ਕਿ ਜਿਹੜੇ ਪੰਥ ਬਹੁਤ ਤੁਹਾਡੇ ਕੋਲੋਂ ਇਹ ਸਵਾਲਾਤ ਪੁੱਛਣਾ ਚਾਹੁੰਦਾ ਹੈ ਕਿ ਬਈ ਤੁਸੀਂ ਲੋਕਾਂ ਨੇ ਆਪਣੇ ਮੁਫਾਦ ਵਸੇ, ਕਿਉਂਕਿ ਹਮੇਸ਼ਾ ਤੋਂ ਪ੍ਰਥਾ ਰਹੀ ਹੈ, ਤੁਸੀਂ ਆਪਣੇ ਮੁਫਾਦ ਵਸੇ ਹਮੇਸ਼ਾ ਵਰਤਿਆ, ਅਕਾਲੀ ਦਲਾਂ ਨੂੰ ਵਰਤਿਆ, ਪਾਰਟੀਆਂ ਨੂੰ ਵਰਤਿਆ। ਔਰ ਜਿਹੜੀ ਗੱਲ ਤੁਸੀਂ ਬਾਰ-ਬਾਰ ਆਪਣੇ ਇੱਕ ਇੰਟਰਵਿਊ 'ਚ ਵੀ ਕਹੀ ਔਰ ਕੱਲ ਵੀ ਤੁਸੀਂ ਕਿਹਾ ਕਿ ਕੋਈ ਮਾਈ ਦਾ ਲਾਲ ਧਰਤੀ ਤੇ ਜਾਮਿਆ ਨਹੀਂ ਜਿਹੜਾ ਕਹਿ ਸਕੇ ਕਿ ਮੈਂ 1 ਰੁਪਏ ਦੀ ਰਫਾਦਾਰੀ ਮੇਰੇ ਤੇ ਕੱਢ ਸਕੇ। ਸੋ ਮੈਂ ਅੱਜ ਤੁਹਾਨੂੰ ਤੁਹਾਡੀਆਂ ਉਹ ਗੱਲਾਂ ਵੀ ਜਗ ਜ਼ਾਹਿਰ ਕਰਨ ਵਾਸਤੇ ਇਕੱਠੇ ਹੋਇਆ ਕਿ ਯਾਦ ਕਰੋ ਸੰਤ ਲੌਂਗੋਵਾਲ ਜਿਸ ਵਕਤ ਅਕਾਲੀ ਦਲ ਦੇ ਪ੍ਰਧਾਨ ਸੀ, ਤੁਹਾਡੇ ਘਰ ਜਿਸ ਵਕਤ ਇਨਕਮ ਟੈਕਸ ਦੀ ਰੇਡ ਪਈ, ਚਿੱਠੀ ਹੈ ਸੰਤ ਲੌਂਗੋਵਾਲ ਦੀ ਜਿਹੜੀ ਤੁਸੀਂ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਲਗਵਾਈ ਕਿ ਅਕਾਲੀ ਦਲ ਦਾ ਪੈਸਾ ਮੇਰੇ ਘਰ ਪਿਆ ਸੀ ਔਰ ਮੈਂ ਉਹਦੀ ਵਰਤੋਂ ਕੀਤੀ ਹੈ। ਇਹ ਤੁਸੀਂ ਚਿੱਠੀ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਲਗਾਈ ਕਿ ਨਹੀਂ ਲਗਾਈ? ਉਸ ਤੋਂ ਬਾਅਦ ਸਰਦਾਰ ਸੁਰਜੀਤ ਸਿੰਘ ਜੀ ਬਰਨਾਲਾ ਸਾਹਿਬ ਜਿਸ ਵਕਤ ਪ੍ਰਧਾਨ ਬਣੇ, ਚੀਫ ਮਿਨਿਸਟਰ ਬਣੇ ਪੰਜਾਬ ਦੇ, ਤੁਸੀਂ ਉਹ ਲੁਧਿਆਣੇ ਦੇ ਵਿੱਚ ਫੂਡ ਪ੍ਰੋਸੈਸਿੰਗ ਯੂਨਿਟ ਲਗਵਾਇਆ ਕਿ ਨਹੀਂ ਲਗਵਾਇਆ? ਉਹਨਾਂ ਕੋਲ ਜਿਹੜਾ ਪ੍ਰੋਹਿਬਿਟਡ ਸੀ, ਜਿਹਦੀ ਮਾਨਤਾ ਨਹੀਂ ਮਿਲ ਸਕਦੀ, ਮੈਂ ਦੁਬਾਰਾ ਬੋਲ ਰਿਹਾ, ਜਿਹੜਾ ਪ੍ਰੋਹਿਬਿਟਡ ਯੂਨਿਟ ਸਰਕਾਰ ਵੱਲੋਂ ਸੀ, ਤੁਸੀਂ ਉਹਨੂੰ ਚੀਫ ਮਿਨਿਸਟਰ ਬਰਨਾਲਾ ਸਾਹਿਬ ਕੋਲੋਂ ਉਹ ਲਗਵਾਇਆ ਕਿ ਨਹੀਂ ਲਗਵਾਇਆ? ਔਰ ਸਬਸਿਡਾਈਜ਼ ਰੇਟਾਂ ਦੇ ਲਗਵਾਉਣ ਤੋਂ ਬਾਅਦ ਤੁਸੀਂ ਜਿਸ ਵਕਤ ਅਗਲੀ ਵਾਰ ਬਾਦਲ ਸਾਹਿਬ ਦੀ ਸਰਕਾਰ ਆਂਦੀ ਹੈ ਤੇ ਤੁਸੀਂ ਉਹਨੂੰ ਸਿੱਖ ਯੂਨਿਟ ਡਿਕਲੇਅਰ ਕਰਾ ਕੇ ਤੁਸੀਂ ਉਹਦਾ ਮੁਆਵਜ਼ਾ ਲੈ ਕੇ ਉਹਦਾ ਪੈਸਾ ਹੜਪ ਗਏ। ਇਹ ਤੁਸੀਂ ਅਕਾਲੀ ਦਲਾਂ ਕੋਲ ਫਾਇਦੇ ਲੈ ਕੇ ਨਹੀਂ ਲਏ। ਉਸ ਤੋਂ ਬਾਅਦ ਤੁਹਾਡਾ ਵਾਸ ਚੱਲਿਆ ਜਿਸ ਵਕਤ ਤੁਸੀਂ ਕਾਂਗਰਸ ਦੀ ਝੋਲੀ ਬਹਿ ਗਏ, ਜਿਸ ਵਕਤ ਕਾਂਗਰਸ ਨੇ ਤੁਹਾਨੂੰ ਕਿਹਾ ਕਿ ਤੁਸੀਂ ਦਿੱਲੀ ਦੀ ਨੁਮਾਇੰਦਗੀ ਕਰ ਰਹੇ ਹੋ, 1984 ਦੇ ਕਾਤਲਾਂ ਨੂੰ ਹੁਣ ਕਲੀਨ ਚਿੱਟ ਤੁਸੀਂ ਦੇਣੀ ਸ਼ੁਰੂ ਕਰੋ। ਤੁਸੀਂ ਉਸ ਤੋਂ ਬਾਅਦ ਹਰਿਆਣਾ ਦੇ ਚੀਫ ਮਿਨਿਸਟਰ ਨਾਲ ਮਿਲ ਕੇ ਜਿਹੜੀ ਕਮੇਟੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਮੀਨ ਦੇਣ ਦੀ ਆਫਰ ਹੋਈ ਸੀ, ਉਹਦੇ ਉੱਤੇ ਤੁਸੀਂ ਜਾ ਕੇ ਕੁੰਡਲੀ ਦੇ ਬਾਰਡਰ ਦੇ ਉੱਤੇ ਜਿਹੜਾ ਆਪਣਾ ਕਾਲਜ ਬਣਾਇਆ, ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਨਾ ਚਾਹੀਦਾ ਸੀ, ਕਿਆ ਤੁਸੀਂ ਉਹ ਜ਼ਮੀਨ ਸਬਸਿਡਾਈਜ਼ ਰੇਟਾਂ ਤੇ ਸਰਕਾਰਾਂ ਕੋਲ ਲੈ ਕੇ ਉਹਦੀਆਂ ਪਰਮਿਸ਼ਨਾਂ ਲਈਆਂ ਕਿ ਨਹੀਂ ਲਈਆਂ? ਉਸ ਤੋਂ ਬਾਅਦ ਅਗਲੀ ਗਿਣਤੀ ਜਿਹੜੀ ਜਿਸ ਵਕਤ ਸ਼ੀਲਾ ਦੀਕਸ਼ਿਤ ਜੀ ਨਾਲ ਤੁਹਾਡੀਆਂ ਨੇੜਤਾ ਹੋ ਜਾਂਦੀ ਹੈ, ਤੁਸੀਂ ਦਿੱਲੀ ਦੇ ਵਿੱਚ ਜਿਹੜੀਆਂ ਕਲਸਟਰ ਬੱਸਿਸ ਸ਼ੁਰੂ ਹੋਈਆਂ ਔਰੇਂਜ ਵਾਲੀਆਂ, ਕਿਆ ਤੁਹਾਡੇ ਪਰਿਵਾਰ ਨੇ ਉਹ ਬੱਸਾਂ ਦਾ ਠੇਕੇ ਲੈ ਕੇ ਨਹੀਂ ਲਏ? ਤੁਹਾਡੇ ਕਾਮਨਵੈਲਥ ਆਉਣ ਤੋਂ ਬਾਅਦ ਤੁਸੀਂ ਲਗਾਤਾਰ ਜਿਹੜੇ ਬੱਸ ਸਟੈਂਡਾਂ ਦੇ ਉੱਤੇ ਕਰੋੜਾਂ ਰੁਪਏ ਦੇ ਤੁਸੀਂ ਜਿਹੜੇ ਕਰੋੜਾਂ ਨਹੀਂ ਸੈਂਕੜੋ ਕਰੋੜ ਦੇ ਤੁਸੀਂ ਜਿਹੜੇ ਠੇਕੇ ਲਏ ਆ ਸਟੇਨਲੈਸ ਸਟੀਲ ਦੇ, ਇਸ ਕੌਮ ਨੂੰ ਵਰਤ ਕੇ ਲੈਣੇ। ਤੁਹਾਡੀ ਆਪਣੀਆਂ ਕਾਬਲੀਅਤਾਂ ਹੁੰਦੀਆਂ ਤੇ ਤੁਸੀਂ ਆਪਣੇ ਵਪਾਰ ਜਿਸ ਤਰੀਕੇ ਦੇ ਨਾਲ ਕਰਦੇ ਸੀ ਢੰਗ ਦੇ ਤਰੀਕੇ ਨਾਲ ਕਰਦੇ ਰਹਿੰਦੇ, ਮਗਰ ਤੁਸੀਂ ਕੌਮ ਨੂੰ ਵੇਚ ਕੇ, ਕਿਉਂਕਿ ਉਹਨਾਂ ਦੀ ਜ਼ਬਾਨ ਤੁਸੀਂ ਬੋਲਦੇ ਸੀ ਔਰ ਤੁਸੀਂ ਸਟੇਜਾਂ ਦੇ ਉੱਤੇ ਸੀ ਰਕਾਬਗੰਜ ਸਾਹਿਬ ਦੀ ਜਿੱਥੇ ਤੁਹਾਡੇ ਭਰਾ ਬੜਾ
ਹਰਵਿੰਦਰ ਸਿੰਘ ਸਰਨਾ ਉਸ ਦਿਨ ਗੱਲ ਕਰ ਰਹੇ ਸੀ, ਬੜਾ ਪਵਿੱਤਰ ਸਥਾਨ ਹੈ, ਉਸੇ ਸਥਾਨ ਦੇ ਉੱਤੇ ਖੜੇ ਹੋ ਕੇ ਤੁਸੀਂ ਇਹ ਸਪੀਚਾਂ 'ਚ ਕਿਹਾ ਕਿ 1984 ਨੂੰ ਹੁਣ ਭੁੱਲ ਜਾਓ, ਕਿਉਂਕਿ ਤੁਹਾਨੂੰ ਆਦੇਸ਼ ਹੁੰਦਾ ਸੀ ਪਿੱਛੋਂ, ਕਿਉਂਕਿ ਕਾਂਗਰਸ ਤੁਹਾਨੂੰ ਕਹਿੰਦੀ ਸੀ ਕਿ ਇਹ ਜਿਹੜੇ ਆਦੇਸ਼ ਤੁਹਾਨੂੰ ਦਿੱਤੇ ਜਾ ਰਹੇ ਨੇ ਇਹ ਤੁਸੀਂ ਸਟੇਜਾਂ ਤੇ ਬੋਲੇ ਨੇ, ਔਰ 1984 ਦੇ ਉਹਨਾਂ ਕਾਤਲਾਂ ਨੂੰ ਤੁਸੀਂ ਬੁਲਾ ਕੇ ਇੱਥੇ ਸਟੇਜਾਂ ਦੇ ਉੱਤੇ ਸਰੋਪੇ ਪਾਏ। ਸੋ ਸਰਨਾ ਸਾਹਿਬ, ਇਹ ਜਿਹੜੇ ਤੁਹਾਡੇ ਤੇ ਇਲਜ਼ਾਮ ਕਈ ਸਮੇਂ ਤੋਂ ਲੱਗਦੇ ਆ ਰਹੇ ਆ, ਮੈਂ ਹਾਲੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੀ ਖੁਰਦ-ਫੁਰਦ ਜਿਹੜੇ ਤੁਹਾਡੇ ਦੇ ਉੱਤੇ ਸਰਦਾਰ ਮਨਜੀਤ ਸਿੰਘ ਜੀਕੇ ਨੇ ਵੀ ਇਲਜ਼ਾਮ ਲਾਏ ਸੀ ਹਸਪੀਟਲ ਵਿੱਚ ਨੇ, ਹਾਲੇ ਮੈਂ ਉਸ ਪਾਸੇ ਨਹੀਂ ਜਾ ਰਿਹਾ, ਮਗਰ ਇਹ ਜਿਹੜੇ ਤੁਸੀਂ ਪੰਥ ਨੂੰ ਵਰਤੇ, ਇਹ ਜਿਹੜੇ ਮੈਂ ਪੁਆਇੰਟ ਤੁਹਾਨੂੰ ਲਿਖ ਕੇ ਦੱਸ ਰਿਹਾ, ਇਹ ਜਿਹੜਾ ਕੌਮ ਨੂੰ ਵਰਤ ਕੇ ਤੁਸੀਂ ਆਪਣੇ ਪਰਿਵਾਰ ਨੂੰ ਅੱਗੇ ਵਧਾਇਆ, ਅੱਜ ਤੁਹਾਡੇ ਤੋਂ ਅੱਜ ਦੁਨੀਆ ਤੋਂ ਕੋਈ ਗੱਲ ਲੁਕੀ ਨਹੀਂ ਹੈ, ਇਹ ਸਾਹਮਣੇ ਵੇ। ਔਰ ਜਿਸ ਤਰੀਕੇ ਦੇ ਨਾਲ ਕੱਲ ਤੁਸੀਂ ਆਪਣੀ ਜਿਹੜੀ ਤੁਹਾਡਾ ਸੁਭਾਅ ਹੈ ਉਹਦੇ ਬਾਰੇ ਵੀ ਜਿਹੜੀ ਗੱਲ ਕੀਤੀ ਹੈ ਕਿ ਮੇਰੇ ਧੌਣ ਦੇ ਵਿੱਚ ਸਰੀ ਅੜਿਆ ਹੋਇਆ, ਤੇ ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਜਿਹੜੇ ਕੌਮ ਦੇ ਸੇਵਾਦਾਰ ਹੁੰਦੇ ਨੇ ਉਹ ਕਦੀ ਸੁਪਨੇ 'ਚ ਵੀ ਆਪਣੇ ਧੌਣ ਦੇ ਵਿੱਚ ਸਰੀਆ ਆੜਨ ਦੀ ਗੱਲ ਨਹੀਂ ਕਰ ਸਕਦੇ, ਮਗਰ ਤੁਹਾਡੀ ਜਿਸ ਤਰੀਕੇ ਦੇ ਨਾਲ ਮੈਂ ਸਮਝਦਾ ਤੁਹਾਨੂੰ ਅਪਬ੍ਰਿੰਗਿੰਗ ਕੀਤੀ ਗਈ ਹੈ, ਤੁਹਾਡੀ ਸੋਚ ਵਿਚਾਰ ਵੀ ਇਹੋ ਜਿਹੀ ਹੈ, ਔਰ ਅੱਜ ਜਿਸ ਤਰੀਕੇ ਦੇ ਨਾਲ ਤੁਸੀਂ ਰਲੇਵਾ ਕੀਤਾ ਇੱਕ ਦੂਜੇ ਦੇ ਨਾਲ ਅਕਾਲੀ ਦਲ ਦਾ, ਔਰ ਅਕਾਲੀ ਦਲ ਦਿੱਲੀ ਨੂੰ ਤੁਸੀਂ ਖਤਮ ਕਰਤਾ, ਅੱਜ ਤੁਹਾਡੇ ਮੈਂਬਰ ਸਾਹਿਬਾਨ ਦੇ ਵਿੱਚ ਬੜਾ ਵੱਡਾ ਰੋਸ ਹੈ। ਸੋ ਮੈਂ ਸਮਝਦਾ ਕਿ ਤੁਸੀਂ ਲੋਕਾਂ ਨੂੰ ਇਸ ਗੱਲ ਦਾ ਸਪਸ਼ਟੀਕਰਨ ਜ਼ਰੂਰ ਦਿਵੋ ਕਿ ਜੋ ਤੁਹਾਡੇ ਤੇ ਇਲਜ਼ਾਮ ਲੱਗੇ ਨੇ, ਤੁਸੀਂ ਕਿਆ ਤੁਹਾਨੂੰ ਅੱਜ ਉਹਨਾਂ ਗੱਲਾਂ ਦਾ ਜਵਾਬ ਮਿਲ ਗਿਆ, 328 ਸਰੂਪਾਂ ਦਾ ਹਿਸਾਬ ਮਿਲ ਗਿਆ ਜਿਹਨੂੰ ਤੁਸੀਂ ਕਲੈਰੀਕਲ ਮਿਸਟੇਕ ਦੱਸ ਰਹੇ ਹੋ, ਅਗਰ ਉਹ ਤੁਹਾਨੂੰ ਮਿਲ ਗਿਆ ਤਾਂ ਸਾਨੂੰ ਵੀ ਦੱਸ ਦਿਓ, ਸਾਨੂੰ ਵੀ ਤੁਸੀਂ ਕੈਮਰੇ ਦੇ ਉੱਤੇ ਆ ਕੇ ਦੱਸ ਦਿਓ ਵੀ ਕਿਸ ਤਰੀਕੇ ਦੇ ਨਾਲ 328 ਸਰੂਪ ਕਲੈਰੀਕਲ ਮਿਸਟੇਕ ਦੇ ਰਾਹੀਂ ਖਤਮ ਹੋਏ ਨੇ, ਕਿਸ ਤਰੀਕੇ ਦੇ ਨਾਲ ਬਰਗਾੜੀ ਦੇ ਦੋਸ਼ੀਆਂ ਨੂੰ ਤੁਸੀਂ ਅੱਜ ਕਲੀਅਰੈਂਸ ਦੇ ਰਹੇ ਹੋ, ਤੁਸੀਂ ਰਾਮ ਰਹੀਮ ਨੂੰ ਮਾਫੀ ਦੇਣ ਵਾਲਿਆਂ ਦੇ ਨਾਲ ਗੋਦੀ 'ਚ ਬੈਠਣ ਦੀ ਗੱਲ ਕਰ ਰਹੇ ਹੋ। ਸੋ ਇਹ ਗੱਲਾਂ ਅੱਜ ਜਿਹੜੀਆਂ ਤੁਸੀਂ ਕੱਲ ਪਰਿਵਾਰ ਦੇ ਵਿੱਚ ਕੀਤੀਆਂ, ਮੈਨੂੰ ਕੋਈ ਇਹਦੇ ਉੱਤੇ ਕਿੰਤੂ ਪਰੰਤੂ ਕਰਨ ਦਾ ਹੱਕ ਨਹੀਂ ਹੈ, ਮਗਰ ਤੁਸੀਂ ਜਦ ਇਹਨੂੰ ਪੰਥਕ ਕਨਵੈਨਸ਼ਨ ਦਾ ਨਾਮ ਦਿੰਦੇ ਹੋ, ਪੰਥਕ ਇਕੱਠ ਦੀ ਗੱਲ ਕਰਦੇ ਹੋ, ਤੇ ਪੰਥ ਦੇ ਸਾਰੇ ਦਰਦੀ ਹੈ ਜਿਹੜੇ ਪੰਥ ਦਰਦੀ ਨੇ ਉਹ ਤੁਹਾਡੇ ਕੋਲੋਂ ਇਹ ਸਵਾਲ ਪੁੱਛਣ ਦੇ ਹੱਕਦਾਰ ਨੇ ਕਿ ਤੁਸੀਂ ਪੰਥ ਦੇ ਬਾਰੇ ਕਿਹੜੀ ਗੱਲ ਉੱਥੇ ਕੀਤੀ ਹੈ ਕਿ ਪੰਥ ਇਕੱਠਾ ਹੋਏਗਾ ਔਰ ਪੰਥ ਨੂੰ ਅਸੀਂ ਕਰਾਂਗੇ। ਕਿਉਂਕਿ ਮੈਂ ਉੱਥੇ ਸਮਝਦਾ ਕਿ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਨੇ ਵੀ ਬੜੀ ਵਧੀਆ ਗੱਲ ਕੀਤੀ, ਔਰ ਬਾਣੀ ਦੀ ਵੀ ਉਹਨਾਂ ਨੇ ਗੱਲ ਕਰਦੇ ਹੋਏ ਕਿਹਾ ਕਿ ਖੁਆਰ ਹੋਏ ਸਭ ਮਿਲेंगे। ਮੈਂ ਸਮਝਦਾ ਕਿ ਇਹ ਖੁਆਰ ਜਿਹੜਾ ਤੁਸੀਂ ਨਿੱਜੀ ਮੁਫਾਵਤਾਂ ਵਸੇ ਕੀਤਾ ਔਰ ਪੰਥ ਨੂੰ ਖੁਆਰ ਕਰਵਾਇਆ, ਮੈਂ ਸਮਝਦਾ ਕਿ ਇਹਦੇ ਉੱਤੇ ਤੁਹਾਨੂੰ ਪੰਥ ਦੇ ਅੱਗੇ ਆ ਕੇ ਮਾਫੀ ਮੰਗਣੀ ਚਾਹੀਦੀ ਹੈ, ਔਰ ਗੱਲ ਦੋਨੋਂ ਭਰਾ ਆ ਕੇ ਗੱਲ ਦੇ ਵਿੱਚ ਪੱਲਾ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਦੇ ਉੱਤੇ ਆ ਕੇ ਦੇ ਉੱਤੇ ਪੰਥ ਕੋਲੋਂ ਮਾਫੀ ਮੰਗੋ। ਠੀਕ ਹੈ। ਪ੍ਰਧਾਨ ਸਾਹਿਬ ਨੇ ਬੜੇ ਵਿਸਤਾਰ ਦੇ ਨਾਲ ਜੋ ਕੱਲ ਦੋ ਪਰਿਵਾਰਾਂ ਦਾ ਮੇਲ ਹੋਇਆ ਉਸ ਦੇ ਬਾਰੇ ਜਾਣਕਾਰੀ ਦਿੱਤੀ ਹੈ। ਮੇਰੇ ਕੁਝ ਸਵਾਲ ਹੈ ਜਿਹੜੇ ਸਿੱਖ ਸੰਗਤ ਨੂੰ ਇਹ ਸਵਾਲ ਨੋਟ ਕਰ ਲੈਣੇ ਚਾਹੀਦੇ ਆ, ਬੜੇ ਜ਼ਰੂਰੀ ਔਰ ਬੜੇ ਅਹਿਮ ਸਵਾਲ ਹੈ, ਕਿਉਂਕਿ ਇਸ ਦੇ ਨਾਲ ਪੰਥ ਦੀਆਂ ਆਉਣ ਵਾਲੀਆਂ ਜੋ ਮੈਂ ਸਮਝਦਾ ਪੰਥ ਦੇ ਉੱਤੇ ਜੋ ਅੱਜ ਬੱਦਲ ਜੋ ਛਾਏ ਹੋਏ ਆ ਇਹ ਉਸ ਦੇ ਨਾਲ ਸੰਬੰਧਿਤ ਹੈ, ਔਰ ਇਸ ਦਾ ਜ਼ਿੰਮੇਵਾਰ ਕੌਣ ਹੈ ਇਹ ਉਸੇ ਦੇ ਨਾਲ ਸੰਬੰਧਿਤ ਸਾਰੇ ਪੁਆਇੰਟ ਹੈ। ਔਰ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ, ਇਹਨਾਂ ਦੇ ਕੋਲੋਂ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਸਵਾਲਾਂ ਦਾ ਜਵਾਬ ਜ਼ਰੂਰ ਚਾਹਾਂਗਾ। ਸਭ ਤੋਂ ਪਹਿਲਾ ਸਵਾਲ ਹੈ ਕਿ ਸਰਨਾ ਸਾਹਿਬ ਨੇ ਕਿਹਾ ਕਿ ਮੈਂ ਅਕਾਲੀ ਦਲ ਦੇ ਵਿੱਚੋਂ ਨਿਕਲਿਆ ਨਹੀਂ ਸੀ, ਮੈਂ ਅਕਾਲੀ ਦਲ ਛੱਡਿਆ ਨਹੀਂ ਸੀ, ਮੈਨੂੰ ਅਕਾਲੀ ਦਲ ਦੇ ਵਿੱਚੋਂ ਕੱਢਿਆ ਗਿਆ। ਔਰ ਕੱਢਿਆ ਕਿਸ ਕਰਕੇ ਗਿਆ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਮੈਨੂੰ ਅਕਾਲੀ ਦਲ ਦੇ ਵਿੱਚੋਂ ਕਢਾਇਆ ਹੈ। ਹੁਣ ਮੈਂ ਸਰਨਾ ਸਾਹਿਬ ਤੁਹਾਨੂੰ ਇਹ ਸਵਾਲ ਕਰਨਾ ਚਾਹੁੰਦਾ ਹੈ ਕਿ 2017 ਦੀ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਈ ਉਸ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਗਏ।
5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜਦੋਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਉਸ ਪਾਰਟੀ ਦੇ ਵਿੱਚ ਨਹੀਂ ਸਨ, ਉਸ ਪਾਰਟੀ ਦੇ ਨਾਲ ਉਹਨਾਂ ਦਾ ਸੰਬੰਧ ਨਹੀਂ ਹੈ। ਤੇ ਤੁਸੀਂ ਜੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਤੁਹਾਨੂੰ ਕਢਾਇਆ ਸੀ ਤੇ ਪਿਛਲੇ 5 ਸਾਲਾਂ ਦੇ ਵਿੱਚ ਤੁਸੀਂ ਕਿੱਥੇ ਸੀ? ਇਸ ਦਾ ਜਵਾਬ ਤੁਹਾਨੂੰ ਦੇਣਾ ਪਏਗਾ ਕਿ ਪਿਛਲੇ 5 ਸਾਲਾਂ ਦੇ ਵਿੱਚ ਤੁਹਾਨੂੰ ਕਿਉਂ ਨਾ ਯਾਦ ਆਈ ਵਾਪਸ ਕਿ ਬਈ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਹੁਣ ਉਸ ਪਾਰਟੀ 'ਚ ਨਹੀਂ ਹੈ ਤੇ ਮੈਂ ਹੁਣ ਵਾਪਸ ਜਾਵਾਂ। ਇਹ ਪਹਿਲਾਂ ਤੇ ਤੁਹਾਨੂੰ ਸੰਗਤ ਨੂੰ ਇਹ ਜਵਾਬ ਦੇਣਾ ਪਏਗਾ। ਮੈਂ ਹਰ ਇੱਕ ਗੱਲ ਜਿਹੜੀ ਲੌਜਿਕ ਦੇ ਨਾਲ, ਟਾਈਮ ਦੇ ਨਾਲ ਔਰ ਤੱਥ ਦੇ ਨਾਲ ਗੱਲ ਕਰਾਂਗਾ। ਦੂਸਰੀ ਜਿਹੜੀ 328 ਸਰੂਪ ਦੀ ਜਿਹੜਾ ਕਿ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਸੰਗਤ ਦੇ ਵਿੱਚ ਬਹੁਤ ਵੱਡਾ ਤੁਸੀਂ ਇਲੈਕਸ਼ਨਾਂ ਦੇ ਟਾਈਮ ਦੇ ਉੱਤੇ ਵੀ ਪ੍ਰਚਾਰ ਕਰਦੇ ਰਹੇ, ਘਰ ਘਰ ਜਾ ਕੇ ਤੁਸੀਂ ਪ੍ਰਚਾਰ ਕੀਤਾ ਕਿ 328 ਸਰੂਪ ਚੋਰੀ ਹੋ ਗਏ, ਬਾਦਲਾਂ ਨੇ 328 ਸਰੂਪਾਂ ਦੀ ਜਿਹੜੀ ਆ ਚੋਰੀ ਕਰਾ ਕੇ ਉਹਨਾਂ ਦੀ ਬੇਅਦਬੀ ਹੋਈ, ਬੜੇ ਵੱਡੇ ਮਸਲੇ ਤੁਸੀਂ ਬਣਾਏ। ਹੁਣ ਤੁਸੀਂ ਛੋਟੇ ਜਿਹੇ ਮੂੰਹ ਦੇ ਨਾਲ ਇੱਕ ਗੱਲ ਕਹਿ ਦਿੱਤੀ ਕਿ ਇਹ ਕਲੈਰੀਕਲ ਮਿਸਟੇਕ ਹੈ। ਅਗਰ ਇਹ ਸਰਨਾ ਸਾਹਿਬ ਕਲੈਰੀਕਲ ਮਿਸਟੇਕ ਹੈ ਤੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਜੇ ਤੁਹਾਡੀ ਯਾਦਾਸ਼ਤ ਹੋਵੇ, ਕਿ ਕਰੀਬ 2 ਸਾਲ ਪਹਿਲਾਂ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਵੱਲੋਂ ਕਮੇਟੀ ਬਣਾਈ ਸੀ, ਉਹਨਾਂ ਨੇ ਵੀ ਰਿਪੋਰਟ ਦੇ ਦਿੱਤੀ ਸੀ ਕਲੈਰੀਕਲ ਮਿਸਟੇਕ ਹੈ। ਤੇ ਫਿਰ ਤੁਸੀਂ ਉਸ ਸਮੇਂ ਕਿਉਂ ਨਾ ਮੰਨੇ? ਫਿਰ ਉਸ ਤੋਂ ਬਾਅਦ ਇਲੈਕਸ਼ਨਾਂ ਆਈਆਂ, ਫਿਰ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਉਹ ਕਲੈਰੀਕਲ ਮਿਸਟੇਕ ਜਿਹੜੀ ਸੀ ਉਹ ਨਜ਼ਰ ਨਹੀਂ ਆਈ। ਉਸ ਵੇਲੇ ਤੁਸੀਂ ਕਿੱਥੇ ਸੀ? ਇਹ ਬਹੁਤ ਵੱਡਾ ਸਵਾਲ ਹੈ ਜਿਹਦਾ ਤੁਹਾਨੂੰ ਜਵਾਬ ਦੇਣਾ ਪਏਗਾ ਔਰ ਤੁਹਾਨੂੰ ਇਹ ਸੰਗਤ ਨੂੰ ਦੱਸਣਾ ਪਏਗਾ ਕਿ ਹੁਣ 328 ਸਰੂਪਾਂ ਦਾ ਹਿਸਾਬ ਤੁਸੀਂ ਮੰਗੋਗੇ ਜੇ ਨਹੀਂ ਮੰਗੋਗੇ ਤੇ ਫਿਰ ਜਿਹੜੇ ਤੁਸੀਂ ਸੰਗਤ ਨੂੰ ਭੁਲੇਖੇ ਪਾਏ ਉਹਦੇ ਵਾਸਤੇ ਤੁਹਾਨੂੰ ਪਛਤਾਤਾਪ ਵੀ ਕਰਨਾ ਪਏਗਾ ਔਰ ਤੁਹਾਨੂੰ ਸੰਗਤ ਕੋਲੋਂ ਮਾਫੀ ਵੀ ਮੰਗਣੀ ਪਏਗੀ ਕਿ ਤੁਸੀਂ ਕੂੜ ਪ੍ਰਚਾਰ ਕਰਦੇ ਰਹੇ। ਮੈਂ ਸਰਨਾ ਸਾਹਿਬ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਮੰਡ ਸਾਹਿਬ ਨੇ ਬਰਗਾੜੀ ਦਾ ਮੋਰਚਾ ਲਗਾਇਆ, ਤੁਸੀਂ ਉੱਥੇ ਸਟੇਜਾਂ ਦੇ ਉੱਤੇ ਬੜੀਆਂ ਵੱਡੀਆਂ ਬਿਆਨਬਾਜ਼ੀਆਂ ਕੀਤੀਆਂ। ਮੋਰਚਾ ਤੇ ਬਰਗਾੜੀ ਦਾ ਅੱਜ ਵੀ ਲੱਗਿਆ ਤੇ ਅੱਜ ਤੁਹਾਨੂੰ ਬਰਗਾੜੀ ਦਾ ਇਨਸਾਫ ਮਿਲ ਗਿਆ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕੀਤੀ ਸੀ, ਕਿਆ ਉਹ ਆਇਡੈਂਟੀਫਾਈ ਹੋ ਗਏ, ਉਹਨਾਂ ਨੂੰ ਸਜ਼ਾਵਾਂ ਹੋ ਗਈਆਂ? ਔਰ ਜਿਹੜੇ ਬਾਈਬਲ ਕਲਾ ਦੇ ਦੋਸ਼ੀ ਸਨ, ਕਿਆ ਉਹਨਾਂ ਨੂੰ ਸਜ਼ਾਵਾਂ ਮਿਲ ਗਈਆਂ? ਉਹ ਮੋਰਚਾ ਅੱਜ ਵੀ ਉੱਥੇ ਲੱਗਾ ਹੈ, ਅੱਜ ਵੀ ਸਿੰਘ ਉੱਥੇ ਮੋਰਚੇ ਤੇ ਬੈਠੇ ਆ, ਤੇ ਅੱਜ ਤੁਹਾਡੀ ਸਟੇਟਮੈਂਟ ਚੇਂਜ ਕਿਉਂ ਹੋ ਗਈ? ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਕਿ ਤੁਸੀਂ ਆਪਣੇ ਪਿਛਲੇ 10 ਸਾਲਾਂ ਦੇ ਵਿੱਚ ਪ੍ਰਚਾਰ ਕਰਦੇ ਆਏ ਹੋ। ਇਸ ਦਾ ਜਵਾਬ ਵੀ ਤੁਹਾਨੂੰ ਸੰਗਤ ਨੂੰ ਦੇਣਾ ਪਏਗਾ। ਇੱਕ ਬਹੁਤ ਹੀ ਅਹਿਮ ਮੁੱਦਾ ਹੈ ਜਿਹੜਾ ਕਿ ਤੁਸੀਂ ਲੰਬੇ ਸਮੇਂ ਤੋਂ ਪ੍ਰਚਾਰ ਕਰਦੇ ਰਹੇ। ਤੁਸੀਂ ਪਾਕਿਸਤਾਨ ਜਾਂਦੇ ਹੋ, ਉੱਥੇ ਆਪਣੇ ਸਟੀਲ ਦੇ ਬਰਤਨਾਂ ਦਾ ਤੁਸੀਂ ਜਿਹੜਾ ਕਾਰੋਬਾਰ ਕਰਦੇ ਹੋ, ਆਰਡਰ ਲੈ ਕੇ ਆਉਂਦੇ ਹੋ, ਤੇ ਨਾਲ ਹੀ ਤੁਸੀਂ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਮੁਤਾਬਕ ਜਿਹੜੀਆਂ ਡੇਟਾਂ ਫਿਕਸ ਹੁੰਦੀਆਂ ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ, ਜਿਹਦੇ 'ਚ ਸਾਰੇ ਦੁਨੀਆ ਭਰ ਦੇ ਸਿੱਖ ਜਿਹੜੇ ਆ ਉਸ ਦੇ ਮੁਤਾਬਕ ਮਨਾਉਂਦੇ ਆ, ਲੇਕਿਨ ਤੁਸੀਂ ਪਾਕਿਸਤਾਨ ਜਾ ਕੇ ਸ਼ਹੀਦੀ ਦਿਹਾੜਾ ਅਲੱਗ ਡੇਟ ਦੇ ਉੱਤੇ ਮਨਾਉਂਦੇ ਹੋ। ਉਸ ਦਾ ਜਵਾਬ ਵੀ ਹੁਣ ਸੰਗਤ ਨੂੰ ਦੇ ਦਿਓ ਕਿ ਹੁਣ ਤੁਸੀਂ ਪਾਕਿਸਤਾਨ ਜਾ ਕੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਏਗਾ ਉਹਦੇ ਮੁਤਾਬਕ ਸ਼ਹੀਦੀ ਦਿਹਾੜਾ ਮਨਾਓਗੇ, ਜਾਂ ਪਾਕਿਸਤਾਨ ਜਾ ਕੇ ਤੁਸੀਂ ਆਪਣੀ ਅਲੱਗ ਡੇਟ ਦੇ ਉੱਤੇ ਉਹ ਸ਼ਹੀਦੀ ਦਿਹਾੜਾ ਮਨਾਓਗੇ? ਇਹਦਾ ਵੀ ਜਵਾਬ ਤੁਹਾਨੂੰ ਸੰਗਤ ਨੂੰ ਦੇਣਾ ਪਏਗਾ। ਮੈਂ ਇੱਕ ਹੋਰ ਬੜਾ ਜ਼ਰੂਰੀ ਜਿਹੜਾ ਸੁਮੇਧ ਸੈਣੀ ਦਾ ਇਸ਼ੂ ਹੈ, ਜਿਹੜਾ ਕਿ ਤੁਸੀਂ ਬਾਰ-ਬਾਰ ਸਟੇਜਾਂ ਦੇ ਉੱਤੇ ਚੁੱਕਦੇ ਰਹੇ ਔਰ ਤੁਸੀਂ ਹਰ ਜਗ੍ਹਾ ਦੇ ਉੱਤੇ ਸੁਮੇਧ ਸੈਣੀ ਦੀ ਸਜ਼ਾ ਦੀ ਗੱਲ ਕੀਤੀ। ਉਹ ਦੋਸ਼ੀ ਹੈ, ਉਸਨੇ ਸਿੱਖਾਂ ਦੇ ਨੌਜਵਾਨਾਂ ਦੇ ਬੱਚਿਆਂ ਦੇ ਉੱਤੇ ਜ਼ੁਲਮ ਢਾਇਆ, ਲੇਕਿਨ ਅੱਜ ਮੈਂ ਤੁਹਾਨੂੰ ਇਹ ਸਵਾਲ ਕਰਦਾ ਹਾਂ ਕਿ ਕਿਆ ਉਸ ਦਾ ਜਵਾਬ ਤੁਹਾਨੂੰ ਮਿਲ ਗਿਆ? ਜੇ ਤੁਹਾਨੂੰ ਉਸ ਦਾ ਜਵਾਬ ਨਹੀਂ ਮਿਲਿਆ ਤੇ ਫਿਰ ਸੰਗਤ ਦੇ ਕੋਲੋਂ ਤੁਸੀਂ ਆ ਕੇ ਮਾਫੀ ਮੰਗੋ ਕਿ ਉਦੋਂ ਤੁਸੀਂ ਜਿਹੜਾ ਪ੍ਰਚਾਰ ਕਰ ਰਹੇ ਸੀ ਉਹ ਗਲਤ ਸੀ, ਜਾਂ ਜਿਹੜਾ ਹੁਣ ਅੱਜ ਤੁਸੀਂ ਫੈਸਲਾ ਲਿਆ ਇਹ ਤੁਹਾਡਾ ਫੈਸਲਾ ਗਲਤ ਹੈ। ਇਹ ਤੁਹਾਨੂੰ ਸੰਗਤ ਦੇ ਵਿੱਚ ਆ ਕੇ ਇਸ ਦਾ ਫੈਸਲਾ ਵੀ ਤੁਹਾਨੂੰ ਸੰਗਤ ਨੂੰ ਦੱਸਣਾ ਪਏਗਾ। ਜਿਸ ਤਰ੍ਹਾਂ ਕਿ ਹੁਣੇ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਹੈ, ਇਹ ਬਹੁਤ ਵੱਡਾ ਮਸਲਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਗੱਲ ਕਰ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕੀਤਾ ਜਾ ਰਿਹਾ, ਜਿਹੜੀ ਕਿ ਸਿਰਮੌਰ ਜਥੇਬੰਦੀ ਹੈ ਪੰਥ ਦੀ। 2 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ SGPC ਵੱਲੋਂ ਇੱਕ ਮਾਰਚ ਕੱਢਿਆ ਗਿਆ ਔਰ ਬੜੀ ਹੈਰਾਨੀ ਵਾਲੀ ਗੱਲ ਹੈ, ਔਰ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖਿਆ ਕਿ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਉਸ ਦੇ ਬਾਰੇ ਆਪਣੇ ਵਿਚਾਰ ਰੱਖੇ
ਕਿ ਜਿਹੜਾ ਮਾਰਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਣਾ ਚਾਹੀਦਾ ਸੀ ਕਾਲੀਆਂ ਝੰਡੀਆਂ ਦੇ ਨਾਲ, ਔਰ ਉਹ ਜਾਣਾ ਕਿੱਥੇ ਚਾਹੀਦਾ ਸੀ? ਉਹ ਜਾਣਾ ਚਾਹੀਦਾ ਸੀ ਹਰਿਆਣਾ ਦੇ ਵੱਲ ਨੂੰ, ਹਰਿਆਣਾ ਸਰਕਾਰ ਵੱਲ ਨੂੰ, ਜਿੱਥੇ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਬਣੀ। ਤੁਸੀਂ ਕੀ ਕੀਤਾ? ਤੁਸੀਂ ਉਲਟਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਕੀ ਸ਼ੋਅ ਕਰਨਾ ਚਾਹੁੰਦੇ ਹੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਫੈਸਲਾ ਲਿਆ ਸੀ, ਜੋ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਲੈ ਕੇ ਗਏ, ਤੁਹਾਡੀ ਮੱਤ ਮਾਰੀ ਗਈ ਆ। ਇਹ ਸੰਗਤ ਨੂੰ ਜਵਾਬ ਦਿਓ। ਹੁਣ ਇਸ ਦੇ ਉੱਤੇ ਅਹਿਮ ਫੈਸਲਾ ਜਿਹੜਾ ਹੈ ਇਹ 2014 ਦੇ ਵਿੱਚ ਆਇਆ, ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਪਾਸ ਕੀਤਾ ਗਿਆ ਹਰਿਆਣਾ ਵਿਧਾਨ ਸਭਾ ਦੇ ਵਿੱਚ। ਉਸ ਵੇਲੇ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਔਰ ਸੈਂਟਰ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ। ਹੁੱਡਾ ਸਾਹਿਬ ਉਸ ਵੇਲੇ ਮੁੱਖ ਮੰਤਰੀ ਸੀ ਹਰਿਆਣਾ ਸਰਕਾਰ ਦੇ, ਔਰ ਸਰਨਾ ਸਾਹਿਬ ਨੇ ਵਿਸ਼ੇਸ਼ ਤੌਰ ਦੇ ਉੱਤੇ ਇੰਟਰਵੀਨ ਕਰਕੇ, ਹੁੱਡਾ ਸਾਹਿਬ ਦੇ ਨਾਲ ਇਹਨਾਂ ਦੇ ਬਹੁਤ ਚੰਗੇ ਰਿਲੇਸ਼ਨ ਸੀ, ਉਸ ਵੇਲੇ ਇਹ ਐਕਟ ਪਾਸ ਕਰਾਇਆ ਗਿਆ ਔਰ ਉਸ ਵੇਲੇ ਐਕਟ ਪਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਕੰਮ ਕੀਤਾ ਗਿਆ। ਹੁਣ ਇਹ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਆਇਆ ਔਰ ਸੁਪਰੀਮ ਕੋਰਟ ਦੇ ਵਿੱਚ ਕੇਸ ਕੌਣ ਲੈ ਕੇ ਗਿਆ? ਸ਼੍ਰੋਮਣੀ ਅਕਾਲੀ ਦਲ। ਅੱਜ ਦੋਸ਼ ਆਪਾਂ ਦੂਸਰਿਆਂ ਦੇ ਉੱਤੇ ਮੜਦੇ ਆ, ਲੇਕਿਨ ਅੱਜ ਤੁਹਾਨੂੰ ਆਪਣੇ ਪੀੜ੍ਹੀ ਦੇ ਥੱਲੇ ਸੋਟੀ ਮਾਰਨ ਦੀ ਲੋੜ ਹੈ ਕਿ ਇਸ ਐਕਟ ਨੂੰ ਬਣਵਾਉਣ ਵਾਲੇ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ, ਔਰ ਉਸ ਤੋਂ ਬਾਅਦ ਅਗਰ ਇਹ ਸੈਂਟਰ ਦਾ, ਆਪਾਂ ਅੱਜ ਸੈਂਟਰ ਦੀ ਗੱਲ ਕਰਦੇ ਹਾਂ, ਤੇ ਉਸ ਸਮੇਂ ਸੈਂਟਰ ਦੇ ਵਿੱਚੋਂ ਇਸ ਐਕਟ ਨੂੰ, ਕਿਉਂਕਿ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਗਈ, ਸ਼੍ਰੋਮਣੀ ਅਕਾਲੀ ਦਲ ਉਸ ਦਾ ਭਾਈਵਾਲ ਸੀ, ਕਿਉਂ ਨਾ ਪਾਰਲੀਮੈਂਟ ਦੇ ਵਿੱਚ ਉਸ ਦੇ ਉੱਤੇ ਉਸ ਨੂੰ ਨਲ ਐਂਡ ਵਾਈਡ ਕੀਤਾ ਗਿਆ। ਤੁਸੀਂ ਗਏ ਸੁਪਰੀਮ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਤੁਸੀਂ ਖੁਦ ਗਏ ਤੇ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ। ਅੱਜ ਰੋਸ਼ ਕਿਸ ਚੀਜ਼ ਦਾ? ਤੁਸੀਂ ਖੁਦ ਇਸ ਜਥੇਬੰਦੀ ਨੂੰ ਤੋੜਨ ਦੇ ਵਿੱਚ ਤੁਹਾਡਾ ਦੋਨਾਂ ਦਾ ਮੁੱਖ ਤੌਰ ਦੇ ਉੱਤੇ ਹੱਕ ਹੈ। ਅੱਜ ਸੰਗਤ ਨੂੰ ਤੁਸੀਂ ਭੁਲੇਖੇ ਨਾ ਪਾਓ। ਜੋ ਤੁਸੀਂ ਜਿਸ ਤਰ੍ਹਾਂ ਦੇ ਤੁਸੀਂ ਕੰਡੇ ਬੀਜੇ ਆ, ਜਿਸ ਤਰ੍ਹਾਂ ਦੇ ਤੁਸੀਂ ਬੀਜ ਬੋਝੇ ਆ, ਉਸੇ ਤਰ੍ਹਾਂ ਦਾ ਹੀ ਅੱਜ ਤੁਹਾਨੂੰ ਫਲ ਮਿਲ ਰਿਹਾ ਹੈ। ਤੁਸੀਂ ਪੰਜਾਬ ਦੇ ਵਿੱਚ 3 ਸੀਟਾਂ ਦੇ ਉੱਤੇ ਰਹਿ ਗਏ, ਪੰਜਾਬ ਦੀ ਜਨਤਾ ਨੇ ਤੁਹਾਨੂੰ ਨਕਾਰ ਦਿੱਤਾ। ਦਿੱਲੀ ਦੇ ਵਿੱਚ ਦਿੱਲੀ ਦੀ ਸੰਗਤ ਨੇ ਸਰਨਾ ਭਰਾਵਾਂ ਨੂੰ ਨਕਾਰ ਦਿੱਤਾ ਔਰ ਦੋਨੋਂ ਨਕਾਰੇ ਹੋਏ ਪਰਿਵਾਰ, ਮੈਂ ਕਹਾਂਗਾ ਵਪਾਰੀ ਪਰਿਵਾਰ, ਦੋਨੋਂ ਤੁਸੀਂ ਵਪਾਰ ਕਰਨ ਵਾਲੇ, ਅੱਜ ਵਪਾਰਕ ਤੌਰ ਦੇ ਉੱਤੇ ਤੁਸੀਂ ਵਪਾਰਕ ਲਾਹਾ ਲੈਣ ਵਾਸਤੇ ਇਕੱਠੇ ਹੋਏ ਹੋ ਕਿ ਅਸੀਂ ਪੰਜਾਬ ਦੇ ਵਿੱਚ ਵਪਾਰ ਕਰੀਏ, ਤੁਸੀਂ ਦਿੱਲੀ ਪਾਕਿਸਤਾਨ ਦੇ ਵਿੱਚ ਵਪਾਰ ਕਰੋ। ਇੱਕ ਦੂਸਰੇ ਦੇ ਉੱਤੇ ਅਸੀਂ ਆਪਣੇ ਇੱਕ ਦੂਜੇ ਨੂੰ ਲੱਛਣ ਨਾ ਲਗਾ ਸਕੀਏ ਔਰ ਆਪਣਾ ਕੰਮ ਕਾਰੋਬਾਰ ਕਰ ਸਕੀਏ। ਸੋ ਮੈਂ ਸਮਝਦਾ ਕਿ ਇਹ ਸੰਗਤ ਨੂੰ ਭੁਲੇਖੇ ਪਾਉਣ ਵਾਲੀ ਗੱਲ ਜਿਹੜੀ ਆ, ਇਸ ਨੂੰ ਪੰਥਕ ਮੇਲ ਦੱਸਣਾ, ਇਸ ਨੂੰ ਪੰਥਕ ਏਕਤਾ ਦੱਸਣਾ, ਇਹ ਬਹੁਤ ਵੱਡੀ ਗੱਲ ਹੈ। ਤੁਹਾਡੇ ਦੋ ਪਰਿਵਾਰਾਂ ਦੇ ਨਾਲ ਪੰਥਕ ਏਕਤਾ ਨਹੀਂ ਹੋਗੀ। ਸਾਰਾ ਪੰਥ ਜਿਹੜਾ ਅੱਜ ਚਿੰਤਾ ਦੇ ਵਿੱਚ ਹੈ ਕਿ ਜੋ ਕੁਝ ਕਰ ਰਹੇ ਹੋ, ਜੋ ਕੁਝ ਤੁਸੀਂ ਕੌਮ ਦਾ ਘਾਣ ਕੀਤਾ ਹੈ। ਸੋ ਦਿੱਲੀ ਦੀ ਸੰਗਤ ਬਖੂਬੀ ਇਸ ਗੱਲ ਨੂੰ ਪਛਾਣਦੀ ਆ ਔਰ ਤੁਹਾਨੂੰ ਸੰਗਤ ਦੀ ਹਰ ਕਚਹਿਰੀ ਦੇ ਵਿੱਚ ਹੁਣ ਜਵਾਬ ਦੇਣੇ ਪੈਣਗੇ। ਜਿਹੜੇ ਤੁਸੀਂ ਪਿਛਲੇ 15 ਸਾਲਾਂ ਤੋਂ ਜੋ ਤੁਸੀਂ ਕੁਕਰਮ ਕਰਦੇ ਆਏ ਹੋ, ਜੋ ਕੁਝ ਤੁਸੀਂ ਕਰਦੇ ਆਏ ਹੋ, ਅੱਜ ਤੁਹਾਨੂੰ ਦਿੱਲੀ ਦੀ ਸੰਗਤ ਨੂੰ ਉਹ ਜਵਾਬ ਦੇਣਾ ਪਏਗਾ। ਅਮੀਰ ਸਿੰਘ ਜੀ, ਸਵਾਲ ਹੈ ਕੱਲ 2 ਰਾਜਨੀਤਿਕ ਧਿਰਾਂ ਦਾ ਮੇਲ ਹੋਇਆ, ਬਾਦਲ ਧਿਰ ਔਰ ਸਰਨਾ ਧਿਰ ਦਾ। ਉੱਥੇ ਐਸਜੀਪੀਸੀ ਦੀ ਮੌਜੂਦਗੀ ਨਹੀਂ, ਕੋਈ ਪੰਥਕ ਜਥੇਬੰਦੀ ਹੈ। ਸਰਨਾ ਸਾਹਿਬ ਦੇ ਘਰ ਇੱਕ ਪੰਥਕ ਜਥੇਬੰਦੀ ਦੀ ਮੌਜੂਦਗੀ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ? ਦੇਖੋ, ਇਹ ਗੱਲ ਕੋਈ ਅੱਜ ਦੀ ਨਹੀਂ ਹੈ। ਇਹ ਗੱਲ ਪਿਛਲੇ ਜਦ ਤੋਂ ਵਿਧਾਨ ਸਭਾ ਦੀਆਂ ਚੋਣਾਂ ਖਾਸ ਤੌਰ ਤੇ ਖਤਮ ਹੋਈ ਹੈ। ਮੈਂ ਇੱਕੋ ਗੱਲ ਬਾਰ-ਬਾਰ ਕਹਿੰਦਾ ਆਇਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਔਰ ਪੰਥ ਦੇ ਹੁਕਮ ਦੇ ਨਾਲ ਜਿਸ ਵਕਤ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਸੀ, ਉਹਦਾ ਮਕਸਦ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਭਾਲ ਕਰ ਸਕੇ, ਉਹਦਾ ਪ੍ਰਬੰਧ ਚਲਾ ਸਕੇ। ਮਗਰ ਅੱਜ ਪੂਰੀ ਦੀ ਪੂਰੀ ਸ਼੍ਰੋਮਣੀ ਕਮੇਟੀ ਇਸ ਗੱਲ ਦੇ ਉੱਤੇ ਝੋਕੀ ਜਾ ਰਹੀ ਹੈ ਕਿ ਉਹ ਅਕਾਲੀ ਦਲ ਨੂੰ ਬਚਾ ਸਕੇ, ਅਕਾਲੀ ਦਲ ਦੇ ਉਸ ਪਰਿਵਾਰ ਨੂੰ ਬਚਾ ਸਕੇ ਜਿਨ੍ਹਾਂ ਦੇ ਕਰਕੇ ਅੱਜ ਪਾਰਟੀ ਦਾ ਇੱਥੇ ਤੱਕ ਨਿਗਾਰ ਹੋਇਆ। ਔਰ ਇਹ ਗੱਲ ਪਿਛਲੇ ਸਮੇਂ ਤੋਂ ਹੀ ਵਿੱਚ ਘੱਟ ਤੋਂ ਘੱਟ 10 ਪ੍ਰੈਸ ਕਾਨਫਰੰਸਾਂ ਦੇ ਵਿੱਚ ਮੈਂ ਗੱਲ ਕਰ ਚੁੱਕਾ ਕਿ ਸ਼੍ਰੋਮਣੀ ਕਮੇਟੀ ਵਰਤ ਕੇ ਇਗਰ ਪਰਿਵਾਰ ਨੂੰ ਬਚਾਇਆ ਜਾ ਰਿਹਾ। ਔਰ ਅੱਜ ਬਿਲਕੁਲ ਤੁਹਾਡੇ ਸਾਹਮਣੇ ਬੜਾ ਜ਼ਾਹਿਰ ਤੁਸੀਂ ਇਹਦਾ ਕੁਐਸਚਨ ਪੁੱਛਿਆ ਹੈ ਕਿ ਸ਼੍ਰੋਮਣੀ ਕਮੇਟੀ ਜੇ ਪਰਿਵਾਰਾਂ ਦਾ ਮੇਲ ਹੋ ਰਿਹਾ ਹੈ, ਇੱਥੇ ਪੰਥ ਦੀ ਗੱਲ ਹੋ ਰਹੀ ਹੈ, ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਉੱਥੇ ਆਉਣ ਦਾ ਮਤਲਬ ਕੀ? ਉਹਦੀ ਗਰਿਮਾ ਤੁਸੀਂ ਰੋਜ਼ ਦੇ ਰੋਜ਼ ਖਤਮ ਕਰਦੇ ਜਾ ਰਹੇ ਹੋ। ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਉੱਥੇ ਬੁਲਾਏ ਜਾ ਰਹੇ ਆ। ਸੋ ਇਹ ਗੱਲ ਦਾ ਜਵਾਬ ਤੇ ਧਾਮੀ ਸਾਹਿਬ ਹੀ ਦੱਸ ਸਕਦੇ ਨੇ ਜਾਂ
ਧਾਮੀ ਸਾਹਿਬ ਨੂੰ ਉੱਥੇ ਲਿਜਾਣ ਵਾਲੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੱਸ ਸਕਦੇ ਆ। ਅਸੀਂ ਤੇ ਇੱਕੋ ਗੱਲ ਬਾਰ-ਬਾਰ ਕਹਿੰਦੇ ਆ ਰਹੇ ਆ ਕਿ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਪਾਰਟੀ ਨੂੰ ਬਚਾਉਣ ਵਾਸਤੇ ਨਾ ਵਰਤੋ, ਸ਼੍ਰੋਮਣੀ ਕਮੇਟੀ ਨੂੰ ਪੰਥ ਦੇ ਭਲੇ ਵਾਸਤੇ ਵਰਤੋ, ਪੰਥ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕਰਨ ਵਾਸਤੇ ਵਰਤੋ, ਉੱਥੋਂ ਸਿੱਖੀ ਬਚਾਉਣ ਵਾਸਤੇ ਜਿਹੜੀ ਅੱਜ ਕ੍ਰਿਸਚੈਨਿਟੀ ਵੱਲ ਜਾਈ ਜਾ ਰਹੀ ਹੈ ਉਹਨੂੰ ਬਚਾਉਣ ਵਾਸਤੇ ਵਰਤੋ, ਨਾ ਕਿ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਵਰਤੋ। काका जी 10,000 करोड़ का जो आपने आरोप लगाया था उसमें सरना ब्रदर्स कह रहे हैं कि आपके पास कोई प्रूफ है तो आप उसको प्रूफ दीजिए। देखो अब 10,000 करोड़ पे ले आए, इतनी वर्थ नहीं है उनकी। वह जो 10 करोड़ रुपए की बात उस दिन भी हुई थी और उसके ऊपर आज आप अपने सामने देख सकते हो कि ये परिवारों का मेल हो रहा है। आज 2 अक्टूबर का जब फैसला हुआ था कि 2 अक्टूबर को सरदार हरविंदर सिंह सरना को प्रधान बनाया जा रहा है, हमारे इस बात को उठाने के बाद उनके लिए एक मुसीबत खड़ी हो गई और उनको हरविंदर सिंह सरना को प्रधानगी से हटा के परमजीत सिंह सरना को बनाना पड़ गया। इससे बड़ा सबूत क्या हो सकता है, क्योंकि हरविंदर सिंह सरना ही डायरेक्टली इन्वॉल्व है इस चीज़ों के ऊपर। इससे बड़ा सबूत और क्या, लेन देन का जो सबूत है जब सरकारों का ये डिपार्टमेंट इंक्वायरी आ जाएंगी। क्योंकि जब मैंने ये बातें तरीके बताई थी ईडी की और सीबीआई की, बड़ों को मिर्चें लगी, सरना परावा के अलावा सरदार मनजीत सिंह जी के जैसे को परेशानी लगी है और तरीकों के बारे में उन्होंने किंतु परंतु किया है। उनको भी ये पता होना चाहिए कि जितनी भी तरीकों पे जाते हैं ये अकेले नहीं जाते हैं, ये डिपार्टमेंटल इंक्वायरी समूचे लोग वहाँ पर पूरे प्रबंध के लोग जाते हैं और ये तरीके निकालनी किसी के लिए कोई मुश्किल बड़ी बात नहीं है। सरना जी ने आज कमेटी अपनी बदली करी है, उन्होंने दिल्ली का अध्यक्ष बना दिया सरना का। आप भी शिरोमणि अकाली दल बादल से चुनाव लड़े थे और आपने पूरी कमेटी बना के अपनी अलग कमेटी बनाई, तो क्या ये आप अलग नहीं है? आप उसमें आपसे भी कुछ बात नहीं, हमारी बात, हम जब श्रोमणी अकाली दल से इलेक्शन जीते थे हमारे ऊपर भी यही फतवा जारी किया जा रहा था कि सरदार परमजीत सिंह सरना को पार्टी में मिला के उनको प्रधान बनाया जाए। उसका कारण क्या था? कारण आज समझ आ रहा है कि जो ये व्यापारिक सांझ हुई थी वो आज की नहीं चल रही है, वो पिछले कई समय से चल रही है। और जिस वक्त जो लोग ये सारे के सारे मेंबर साहिबान बैठे हैं, हमारे पार्टी के अध्यक्ष बैठे हैं, ये सारे इलेक्शन सरने के कैंडिडेट के अगेंस्ट लड़के आए थे, तो हम कैसे सरना साहब को अपना प्रधान मान ले जिनके खिलाफ हमारी तो जमीर जागता है, हमें तो हमारा जमीर मरा नहीं है। हम तो आज भी उनको पंथ का दोखी कहते हैं। जो बंदा गुरु गोविंद सिंह महाराज की बाणी को, दसम की बाणी को नकार दे, वो कह दे कि दिल्ली के अंदर मैं दसम की बाणी नहीं चलने दूंगा, जो बंदा दिल्ली में अकाल तख्त साहब को चैलेंज करता हो, 2-2 संग्रादे 2-2 गुरपुरब करता हो, जो बंदे ने हरियाणा कमेटी की बात अभी बताई है, जितने इनके ऊपर एलिगेशन लगे हैं, हम तो आज भी स्टैंड करते हैं कि इनके ऊपर एलिगेशन है। जो गुरु तेग बहादुर साहब के स्थान की मिट्टी बेच सकते हैं, हम उनको अपना अध्यक्ष कैसे बना ले? जब हम लोग अपोज करने वाले बंदे एक तरफ खड़े हो गए तो जो उनके साथ हिमायती थे, आज सुखबीर सिंह बादल ने उनको प्रधान बना दिया। ये भी है उनका आरोप कि जिस तरीके से कमेटी का गठन हुआ उसमें आप लोगों को भी आरोप तो चलते रहते हैं, आप लगाते रहते हैं, जो भी आप लगा रहे हैं। अब कमेटी उनकी अलग बन गई है, वो बना रहे हैं, जैसे भी उन्होंने कहा कि हम अब बैठ के फैसला करेंगे कि कौन इसका अध्यक्ष होगा, कौन क्या होगा। और जब दिल्ली के अध्यक्ष हैं तो उन्होंने ये भी कहा कि हमारे 5-6 लोग जो हैं आपकी कमेटी के, वो हम पे हमारे संपर्क में। देखो, अगर वो 5-6 कहते हैं तो मैं उससे ज़्यादा कह सकता हूँ कि कम से कम 8 बंदे मेरे साथ कल रात को उनकी मीटिंग के बाद भी फ़ोन पे संपर्क में आए हैं, क्योंकि वो लोग, वही बात है कि जब वो इलाकों में बादल दल के अगेंस्ट लड़के आए थे, वो अपने इलाके की संगत को क्या जवाब देंगे? सो जो ये बातें, पहली बात तो वो अपनी पार्टी की गठन की बात कर रहे हैं, कमेटी की गठन नहीं कर रहे। कमेटी अलग है, पार्टी अलग है, और जो मर्जी जिसको मर्जी अपने अहदेदारियां दे, हमें उसका कोई लेना देना नहीं है। मगर दिल्ली सिख गुरुद्वारा प्रबंधक कमेटी के अंदर इतनी बड़ी जो मैं उनके समय में कमियां आई हैं, चाहे बाला साहब हॉस्पिटल को बेचने की बात आई, गुरु तेग बहादुर साहब की मिट्टी बेचने की बात आई, बंगला साहब की पार्किंग बेचने की बात आई, जो ये सारे इल्ज़ाम इनके ऊपर सरदार मनजीत सिंह जी के ने लगाए थे। आज हम उन लोगों के ऊपर आज भी खड़े हैं कि तुम्हारे खिलाफ जो चार्जेस हम लोगों ने लगाए हैं, हम तुम्हारे साथ हाथ नहीं मिला सकते। मगर आज बादल परिवार को एक प्रॉब्लम उनकी, क्योंकि जहाँ पर दिल्ली के अंदर, कल उन्होंने अपनी स्टेजों पे एक बात और भी बोली है कि दिल्ली में बादल साहब ने नाम दे उत्ते जीत्या, वो जो इनका वो छोटा सा जनरल सेक्रेटरी राय, पहले क्या नाम है उसका, सब्जी वाला की नाम है, वो सब्जी के नाम से मशहूर है। उसने कल बोला
कि ये हम इलेक्शन जीत के आए बादल दल के नाम से ऊपर, तो बादल दल के नाम से ऊपर जीत के आए तो बादल दल पंजाब में 3 सीटों पे रह जाता है, यहाँ पर पूरी की पूरी कमेटी जीत के आ रही है। इसका मतलब स्पष्ट है कि ये लोग अपने कामों के ऊपर जीते हैं। दिल्ली के वो सारे जो लोग हमारे साथ आज श्रोमणी अकाली दल दिल्ली स्टेट में है, अपने कामों पे, अपनी नीतियों पे, क्योंकि हमने इनकी परवाह नहीं की, ना हमने लीडरशिप की बातें मानी, ना ही लोगों ने इनके फोटोएं लगाई, इनका नाम इस्तेमाल किया। दिल्ली के अंदर 2 साल बेमिसाल काम के नाम के ऊपर लोगों ने वोटें दी है। और हम आज भी कहते हैं कि अगले बार भी जब चुनाव में जाना है तो लोगों ने हमारी शक्ल देख के वोट नहीं डालनी है, हमारे कामों को डालनी है। हमारे काम अच्छे होंगे तो लोग हमें दोबारा सेवा का मौका देंगे, जो काम अच्छे नहीं होंगे तो जैसे इनको नकार के लोगों ने बिठा रखा है हमें भी बाहर कर देंगे। ਉਹਨਾਂ ਧਿਰਾਂ ਦੇ ਇਕੱਠੇ ਹੋਣਾ ਤੁਹਾਨੂੰ ਲੱਗਦਾ ਪੋਜੀਸ਼ਨ ਸੋਲਿਡ ਹੋਏਗੀ ਤੁਹਾਡੇ ਖਿਲਾਫ? ਦੇਖੋ ਮੈਂ ਇੱਕੋ ਗੱਲ ਬਾਰ-ਬਾਰ ਕਹਿੰਦਾ, ਆਪੋਜੀਸ਼ਨ ਜਿੰਨੀ ਮਰਜ਼ੀ ਸੋਲਿਡ ਹੋਏ ਜਾਂ ਆਪੋਜੀਸ਼ਨ ਜਿੰਨੀ ਮਰਜ਼ੀ ਵੀਕ ਹੋਏ, ਤੁਹਾਡੀ ਜਵਾਬਦਾਰੀ ਗੁਰੂ ਦੇ ਨਾਲ ਹੈ, ਗੁਰੂ ਪੰਥ ਦੇ ਨਾਲ ਹੈ। ਪੰਥ ਨੇ ਤੁਹਾਨੂੰ ਵੋਟਾਂ ਪਾਈ ਹੈ, ਉਹ ਗੁਰੂ ਦੀ ਸੇਵਾ ਲਈ ਤੁਹਾਨੂੰ ਭੇਜਿਆ। ਜੇ ਸੇਵਾ ਸਾਨੂੰ ਅਸੀਂ ਕਰਾਂਗੇ ਔਰ ਨੇਕ ਨੀਅਤ ਨਾਲ ਕਰਾਂਗੇ ਔਰ ਗੁਰੂ ਘਰ ਦੇ ਪ੍ਰਬੰਧਾਂ ਨੂੰ ਸੁਚਾਰੂ ਰੂਪ ਨਾਲ ਚਲਾਵਾਂਗੇ ਤੇ ਸੰਗਤ ਦੁਬਾਰਾ ਲੈ ਕੇ ਆਏਗੀ ਸਾਨੂੰ ਇਹਨਾਂ ਦੀ ਆਪੋਜੀਸ਼ਨਾਂ ਦੀ ਕੋਈ ਪਰਵਾਹ ਨਹੀਂ ਹੈ, ਕਿਉਂਕਿ ਨਾ ਇੱਥੇ ਕੋਈ ਕਰਪਸ਼ਨ ਦੇ ਕੰਮ ਹੋ ਰਹੇ ਆ, ਨਾ ਉਹ ਇੱਥੇ ਸਾਰੇ ਕੰਮ ਪਾਰਦਰਸ਼ਤਾ ਨਾਲ। ਪਹਿਲੀ ਕਮੇਟੀ ਆ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਜਿਨੇ ਆਪਣੇ ਅਕਾਊਂਟਸ, ਆਪਣੇ ਫੰਡਸ, ਆਪਣਾ ਸਾਰਾ ਸਿਸਟਮ ਜਿਹੜੇ ਸਿੱਖ ਜਿਹੜੇ ਜਿੱਤ ਕੇ ਆਏ ਉਸ ਕੰਪਨੀਆਂ ਨੂੰ ਦੇਤਾ। RS ਅਹੂਜੇ ਵਰਗੇ ਬੰਦੇ ਜਿਹੜੇ ਸਿੱਖ ਫੋਰਮ ਦੇ ਪ੍ਰੈਜ਼ੀਡੈਂਟ ਨੇ, ਦਿੱਲੀ ਦੀ ਇੱਕ ਬਹੁਤ ਵੱਡੀ ਸੰਸਥਾ ਹੈ, ਉਹ ਲੋਕ ਇਹ ਦੇਖ ਰਹੇ ਨੇ। ਇਸ ਤੋਂ ਵੱਡੀ ਪਾਰਦਰਸ਼ਤਾ ਹੋਰ ਅੱਜ ਤੱਕ ਕਿਸੇ ਨੇ ਨਹੀਂ ਕੀਤੀ। ਸੋ ਸਾਨੂੰ ਕੋਈ ਪਰਵਾਹ ਹੀ ਨਹੀਂ ਹੈ, ਜਿੰਨੀ ਮਰਜ਼ੀ ਆਪੋਜੀਸ਼ਨ ਹੋ ਜਾਏ। ਫਾਈਨੈਂਸ਼ੀਅਲ ਪ੍ਰੋਬਲਮਸ ਉਹ ਦੱਸਣਗੇ, ਜਿਹੜੀ ਧਰਮ ਦੀ ਪ੍ਰਚਾਰ ਪ੍ਰਸਾਰ ਦੀ ਗੱਲ ਹੈ ਉਹਦੀ ਜ਼ਿੰਮੇਵਾਰੀ ਸਾਡੀ ਹੈ, ਅਸੀਂ ਲਗਾਤਾਰ ਉਹਨੂੰ ਕਰ ਰਹੇ ਹਾਂ। ਇੱਕ ਆਖਿਰਲਾ ਸਵਾਲ, ਪੰਥਕ ਏਕਤਾ ਦੇ ਨਾਮ ਤੇ ਦੋਨੋਂ ਧਿਰਾਂ ਇਕੱਠੇ ਹੋਈਆਂ ਨੇ, ਅਗਰ ਸੁਖਬੀਰ ਬਾਦਲ ਵੱਲੋਂ ਤੁਹਾਡੀ ਪਾਰਟੀ ਨੂੰ ਕਿਹਾ ਜਾਂਦਾ ਕਿ ਇਕੱਠੇ ਹੋ ਜਾਓ, ਮਿਲ ਕੇ ਕੌਮ ਦਾ ਇੱਕ ਪਲੇਟਫਾਰਮ ਬਣਾਏ, ਤੁਹਾਡਾ ਕੀ ਜਵਾਬ ਹੈ? ਦੇਖੋ ਅਸੀਂ ਉਹਨਾਂ ਦੇ ਨਾਲ ਸੀ, ਉਹਨਾਂ ਦੀਆਂ ਨੀਤੀਆਂ ਕਰਕੇ ਅਸੀਂ ਉਹਨਾਂ ਨੂੰ ਛੱਡਿਆ। ਸਾਡੇ ਕੋਈ ਪਰਸਨਲ ਉਹਨਾਂ ਦੇ ਨਾਲ ਲੜਾਈ ਨਹੀਂ, ਨਾ ਹੀ ਸਾਡੇ ਕੋਲ ਪਰਸਨਲ ਮਫਾਦ ਨੇ। ਮੈਂ ਕਹਿ ਸਕਦਾ ਕਿ ਜਿੰਨੇ 29 ਮੈਂਬਰ ਸਾਡੀ ਕਮੇਟੀ ਦੇ ਅੱਜ ਬੈਠੇ ਆ, ਇੱਕ ਵੀ ਬੰਦੇ ਨੇ ਅੱਜ ਤੱਕ ਕਿਸੇ ਪੋਲੀਟੀਕਲ ਬੰਦੇ ਕੋਲੋਂ ਫਾਇਦਾ ਨਹੀਂ ਚੁੱਕਿਆ ਹੋਏਗਾ, ਜਿੰਨੇ ਵੀ ਇੱਥੇ ਬੈਠੇ ਆ। ਸੋ ਇਸ ਕਰਕੇ ਇਸ ਸਾਨੂੰ ਰਿਲੇਵਾ ਕਰਨ ਦੀ ਗੱਲ ਹੀ ਨਹੀਂ। ਅਸੀਂ ਤਾਂ ਖੁਦ ਉਹਨਾਂ ਨੂੰ ਛੱਡ ਕੇ ਆਇਆ ਕਿ ਅਸੀਂ ਇਹੋ ਜਿਹੇ ਲੋਕਾਂ ਦੇ ਨਾਲ ਨਹੀਂ ਮਿਲ ਸਕਦੇ ਜਿਨ੍ਹਾਂ ਦੇ ਉੱਤੇ ਇੰਨੇ ਵੱਡੇ ਇਲਜ਼ਾਮ ਦਿੱਲੀ ਦੀ ਸੰਗਤ ਨੇ ਲਾਏ ਨੇ। ਜੇ ਦਿੱਲੀ ਦੀ ਸੰਗਤ ਹੁੰਦੀ, ਅੱਜ ਸਰਦਾਰ ਪਰਮਜੀਤ ਸਿੰਘ ਸਰਨਾ ਆਪ ਕਿਉਂ ਨਹੀਂ ਇਲੈਕਸ਼ਨ ਲੜੇ? ਇਲੈਕਸ਼ਨ ਲੜਨ ਦੀ ਵਾਰੀ ਆਉਂਦੀ ਹੈ ਕਿਉਂਕਿ ਲੋਕਾਂ ਨੇ ਉਹਨਾਂ ਕੋਲ ਸਵਾਲ ਪੁੱਛਣੇ ਸੀ। ਪ੍ਰਧਾਨ ਉਹ ਹੁੰਦੇ ਸੀ ਉਸ ਵਕਤ ਦੇ ਉੱਤੇ, ਲੜ ਕੇ ਇਲੈਕਸ਼ਨ ਛੋਟਾ ਭਰਾ ਆਇਆ, ਅੱਜ ਪਾਰਟੀ ਦਾ ਪ੍ਰਧਾਨ ਵੱਡਾ ਬਣ ਰਿਹਾ। ਇਹ ਪਾਰਟੀਆਂ ਦੀ ਗੱਲ ਨਹੀਂ ਹੋ ਰਹੀ ਹੈ, ਇਹ ਪਰਿਵਾਰਾਂ ਦੀ ਗੱਲ ਹੋ ਰਹੀ ਹੈ। ਪਰਿਵਾਰਾਂ ਦੇ ਵਿੱਚ ਕੀ ਫੈਸਲੇ ਹੁੰਦੇ ਨੇ ਇਹ ਉਹੀ ਜਾਣਨ। ਅਸੀਂ ਪਰਿਵਾਰਾਂ ਦੇ ਨਾ ਕਿਸੇ ਫੈਸਲਿਆਂ ਦੇ ਵਿੱਚ ਪੈਣਾ ਨਾ। ਹਾਂ, ਜਿਸ ਵਕਤ ਪਰਿਵਾਰ ਔਰ ਉਹ ਲੋਕ ਜਿਸ ਵਕਤ